सतनाम वाहिगुरु साहिब जी। सलोक महला पहला। कल काती राजे का साई, धर्म पंख कर उडरिया। कूड़ अमावस सच चंद्रमा, दिसा नाही कह चढ़िया। कल काती राजे का साई, धर्म पंख कर उडरिया। कूड़ अमावस सच चंद्रमा, दिसा नाही कह चढ़िया। हाँ भाल बकोनी होई, अंधेरा राह ना कोई। बिच हामे कर दुख रोई, कहो नानक किन बिद गत होई। महला तीजा। कल कीरत प्रगट चानन संसार, गुरमुख कोई उतरह पार। जिसनू नदर करे तिस देवै, नानक गुरमुख रतन सो लेवै। पौड़ी। भगतां तै सहसारियां, जोड़ कदे ना आया। करता आप अभुल है, ना भुले किसे दा भुलाया। भगत आपे मेलियन, जिनी सचो सच कमाया। सहसारी आप खवायण, जिनी कूड़ बोल बोल बिख खाया। चलन सार न जाननी, काम क्रोध बिस बधाया। भगत कारण हर चाकरी, जिनी अन दिन नाम ध्याया। दासन दास होए कै, जिन विचों आप गवाया। ओना खसमै कै दर मुख उजले, सच्चा शब्द सुहाया। दासन दास होए कै, जिन विचों आप गवाया। ओना खसमै कै दर मुख उजले, सच्चा शब्द सुहाया। वाहिगुरु जी का खालसा, वाहिगुरु जी की फतेह। गुरु प्यारी साध संगत जी, ये पावन सलोक जिहदे विच सतगुरु गुरु नानक साहिब जी महाराज संसार दी असलीयत दस रहे हैं। ये नहीं कि उस वेले हो रहा सी, अज भी हो रहा है। समय दे नाल जिन्ने भी दुनिया दे उपर झूठ दा राज करते लोग, वो अपनी हुकूमत दे नाल सच नूं हमेशा ही दबाना चाहुंदे हैं। जे आपां उस समय की भी गल करिए, गुरु नानक पातशाह कहते भाई धार्मिक तौर पर भी जिहड़े लोग सन, तीन प्रमुख धड़े सन।
ਉਹਨਾਂ ਦੇ ਜਿਹੜੇ ਆਗੂ ਸਨ, ਸਭ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਜਿਸ ਵੇਲੇ ਆਪਾਂ ਸੰਸਾਰ ਦੇ ਵਿੱਚ ਝੂਠ ਦਾ ਪਸਾਰਾ ਦੇਖਦੇ ਹਾਂ, ਉਸ ਵੇਲੇ ਇੱਕੋ ਆਵਾਜ਼ ਨਿਕਲਦੀ ਹੈ, ਸਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੇ ਪ੍ਰਧਾਨ ਬੇਲਾ। ਅੱਜ ਦੇ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ, ਕੱਲ ਕਾਤੀ। ਕੱਲ ਦੇ ਲੱਲੇ ਨੂੰ ਸਿਹਾਰੀਏ, ਕਲ ਯੁੱਗ ਦੇ ਵਿੱਚ ਜਿਹੜਾ ਮਨੁੱਖਾਂ ਦਾ ਸੁਭਾਅ ਹੈ ਉਹ ਛੁਰੀ ਵਰਗਾ ਬਣ ਗਿਆ, ਕਾਤੀ ਬਣ ਗਿਆ ਹੈ। ਕੱਲ ਕਾਤੀ ਰਾਜੇ ਕਾਸਾਈ, ਰਾਜੇ ਕਸਾਈ ਬਣ ਗਏ ਹਨ, ਜਿਹੜੇ ਆਪਣੀ ਪ੍ਰਜਾ ਦੇ ਉੱਪਰ ਜ਼ੁਲਮ ਕਰ ਰਹੇ ਹਨ। ਤੇ ਜੋ ਇਨਸਾਫ ਹੈ, ਜਿਹਨੂੰ ਆਪਾਂ ਧਰਮ ਕਹਿ ਰਹੇ ਹਾਂ, ਸਤਿਗੁਰੂ ਕਹਿੰਦੇ ਖੰਭ ਲਾ ਕੇ ਉੱਡ ਗਿਆ ਹੈ। ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ, ਉਸ ਸਮੇਂ ਦੀ ਗੱਲ ਨਹੀਂ ਗੁਰੂ ਸਾਹਿਬ ਕਰ ਰਹੇ, ਅੱਜ ਵੀ ਵਰਤਾਰਾ ਵਰਤਦੇ, ਆਉਣ ਵਾਲੇ ਸਮੇਂ ਵਿੱਚ ਵੀ ਵਰਤੇਗਾ। ਜਿਸ ਵੇਲੇ ਰਾਜੇ ਕਸਾਈ ਬਣ ਜਾਂਦੇ, ਪ੍ਰਜਾ ਦੁਖੀ ਹੁੰਦੀ ਹੈ, ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਕਿਉਂਕਿ ਜਿਸ ਵੇਲੇ ਆਪਾਂ ਆਪਣੇ ਇਤਿਹਾਸ ਨੂੰ ਵੀ ਦੇਖਦੇ ਹਾਂ ਨਾ ਸਾਧ ਸੰਗਤ ਜੀ, ਇੱਕ ਗੱਲ ਸਾਹਮਣੇ ਆਈ ਤੇ ਪਹਿਲਾਂ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ। ਕਹਿੰਦੇ ਇੱਕ ਲੱਕੜਹਾਰਾ ਸੀ ਤੇ ਜੋ ਲੱਕੜਾਂ ਕੱਟਦਾ ਸੀ, ਅੱਜ ਕੁਹਾੜੀ ਲੈ ਕੇ ਇੱਕ ਦਰਖਤ ਦੇ ਕੋਲ ਪਹੁੰਚ ਗਿਆ। ਦਰਖਤ ਨੇ ਉਹਨੂੰ ਸਵਾਲ ਕੀਤਾ ਵੀ ਅਸੀਂ ਤੁਹਾਡਾ ਕੀ ਵਿਗਾੜਿਆ? ਅਸੀਂ ਤਾਂ 2 ਜਾਂ 3 ਫੁੱਟ ਜਗ੍ਹਾ ਘੇਰੀ ਹੈ, ਵੀ ਸਾਨੂੰ ਪਤਾ ਸੀ ਤੁਸੀਂ ਰਹਿਣ ਨਹੀਂ ਦੇਣਾ, ਤੇ ਅਸੀਂ ਉੱਪਰ ਨੂੰ ਜਾਣਾ ਸ਼ੁਰੂ ਕਰ ਦਿੱਤਾ, ਆਪਣੀ ਉਚਾਈ ਉੱਪਰ ਨੂੰ ਕਰ ਲਈ। ਪਰ ਤੁਸੀਂ ਫਿਰ ਵੀ ਵੱਢਣ ਤੋਂ ਨਹੀਂ ਹਟੇ। ਅਸੀਂ ਤੁਹਾਨੂੰ ਹਰੇਕ ਸਾਲ ਫਲ ਦਿੱਤੇ, ਤੁਹਾਨੂੰ ਛਾਂ ਦਿੱਤੀ, ਪਰ ਇੱਕ ਦਿਨ ਐਸਾ ਆਏਗਾ, ਆ ਜਿਹੜੀ ਕੁਹਾੜੀ ਲੈ ਕੇ ਫਿਰਦਾ ਹੈ ਨਾ, ਤੇ ਇਹਦੇ ਵਿੱਚ ਦਸਤਾ ਪਾਉਣ ਵਾਸਤੇ ਵੀ ਲੱਕੜ ਨਹੀਂ ਮਿਲਣੀ, ਤੂੰ ਵੱਢ ਰਹੇ ਹੈ। ਜਦੋਂ ਮੈਂ ਆਪਣੀ ਕੌਮ ਦੇ ਵੱਲ ਦੇਖਦਾ ਨਾ ਸਾਧ ਸੰਗਤ ਜੀ, ਅੱਜ ਜਿਹੜਾ ਸਮਾਂ ਹੈ ਜਾਂ ਪਿਛਲੇ ਸਮੇਂ ਵਿੱਚ ਜੋ ਸਿੱਖ ਕੌਮ ਦੇ ਨਾਲ ਵਰਤਾਰਾ ਹੋਇਆ, ਇੱਕ ਦਰਖਤ ਦੀ ਤਰ੍ਹਾਂ ਸਿੱਖ ਕੌਮ ਜਿਹੜੀ ਹੈ, ਸਭ ਕੁਝ ਲੈ ਕੇ ਦਿੱਤਾ ਹੈ। ਇਸ ਦੇਸ਼ ਦੀ ਆਜ਼ਾਦੀ ਵਾਸਤੇ ਵੀ ਬਹੁਤ ਕੁਝ ਕੀਤਾ ਹੈ, ਫਲ ਵੀ ਦਿੱਤੇ, ਅਨਾਜ ਵੀ ਦਿੰਦਾ ਪੰਜਾਬ, ਬਹੁਤ ਕੁਝ ਕੀਤਾ ਹੈ, ਪਰ ਵੱਢਣ ਵਾਲਿਆਂ ਨੇ ਕਸਰ ਕੋਈ ਨਹੀਂ ਛੱਡੀ। ਪਰ ਜੇ ਵੱਢਦੇ ਆ ਤੇ ਨੁਕਸਾਨ ਉਹਨਾਂ ਦਾ ਹੀ ਹੈ, ਪਰ ਇਹ ਫਲ ਜਿਹੜੇ ਆ, ਇਹ ਦਰਖਤ ਜਿਹੜਾ ਸੁੱਕਣ ਵਾਲਾ ਨਹੀਂ ਹੈ। ਇਹ ਤਾਂ ਇੱਕ ਅਖਾਣ ਬਣ ਗਿਆ ਸੀ ਨਾ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਮਾਂ ਕੋਈ ਵੀ ਹੋਵੇ, ਗੁਰੂ ਸਾਹਿਬ ਕਹਿੰਦੇ ਕਲ ਕਾਤੀ, ਇਹ ਕਲ ਯੁੱਗ ਦੇ ਜਿਹੜੇ ਲੋਕਾਂ ਦਾ ਸੁਭਾਅ ਬਣ ਗਿਆ ਛੁਰੀ ਵਰਗਾ। ਜਿਹੜੇ ਰਾਜੇ ਹਨ ਉਹ ਕਸਾਈ ਬਣ ਗਏ ਹਨ, ਆਪਣੀ ਪ੍ਰਜਾ ਦਾ ਸ਼ੋਸ਼ਣ ਕਰ ਰਹੇ ਆ। ਇਨਸਾਫ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ। ਧਰਮ ਪੰਖ ਕਰ ਉੱਡ ਰਿਹਾ, ਜਿਹੜਾ ਇਨਸਾਫ ਹੈ, ਧਰਮ ਹੈ, ਉਹ ਖੰਭ ਲਾ ਕੇ ਉੱਡ ਗਏ। ਹਾਲਤ ਕੀ ਹੋ ਗਈ? ਸਭ ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ,
दिसै नाहीं कह चढ़िया। ਝੂਠ ਦੀ ਮੱਸਿਆ ਹਰੇਕ ਪਾਸੇ ਹੈ। ਅੱਜ ਜਦੋਂ ਮੱਸਿਆ ਦੀ ਰਾਤ ਹੁੰਦੀ ਹੈ ਨਾ, ਘੁੱਪ ਹਨੇਰਾ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਚੰਦਰਮਾ ਨਹੀਂ ਹੁੰਦਾ, ਚੰਦਰਮਾ ਹੁੰਦਾ ਪਰ ਛੁਪ ਜਾਂਦਾ ਹੈ ਉਸ ਹਨੇਰੇ ਦੇ ਵਿੱਚ। ਹੁਣ ਝੂਠ ਇੰਨਾ ਹੋ ਗਿਆ ਹੈ, ਝੂਠ ਦੀ ਮੱਸਿਆ ਇੰਨੀ ਵੱਧ ਗਈ ਹੈ, ਜਿਹੜਾ ਸੱਚ ਦਾ ਚੰਦਰਮਾ ਉਹ ਦਿਸੇ ਨਹੀਂ ਰਿਹਾ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਕਿਉਂਕਿ ਜਦੋਂ ਸਮੇਂ ਨੂੰ ਜ਼ਰੂਰਤ ਹੋਈ, ਦੁਨੀਆ ਦੇ ਉੱਪਰ ਜ਼ੁਲਮ ਵੱਧ ਗਏ। ਭਾਵੇਂ ਲੋਧੀਆਂ ਦਾ ਰਾਜ ਸੀ, ਬਾਬਰ ਦਾ ਰਾਜ ਆਇਆ, ਫਿਰ ਅੱਗੇ ਜਹਾਂਗੀਰ ਨੇ ਵੀ ਰਾਜ ਕੀਤਾ, ਔਰੰਗਜ਼ੇਬ ਨੇ ਵੀ ਕੀਤਾ, ਕਿੰਨੇ ਜ਼ੁਲਮ ਕੀਤੇ ਆ, ਕੋਈ ਹੈ ਨਾਮ ਲੈਣ ਵਾਲਾ? ਤੇ ਸੱਚ ਤਾਂ ਸੱਚ ਹੀ ਰਹਿੰਦਾ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਪਰ ਦੁਨੀਆ ਨੇ ਪੁਕਾਰ ਕੀਤੀ। ਭਾਈ ਗੁਰਦਾਸ ਸਾਹਿਬ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਜਦੋਂ ਸੱਚ ਦੀ ਆਵਾਜ਼ ਬੁਲੰਦ ਹੋਈ ਨਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਸਾਹਿਬ ਨੇ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪਰ ਜਦੋਂ ਸਤਿਗੁਰੂ ਨੇ ਇਸ ਸੰਸਾਰ ਦੀ ਹਾਲਤ ਦੇਖੀ ਤੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਮੱਸਿਆ ਦੀ ਰਾਤ ਨੂੰ ਚੰਦਰਮਾ ਵੀ ਹੁੰਦਾ ਹੈ, ਪਰ ਦਿਖਦਾ ਨਹੀਂ ਹੈ, ਇੰਨਾ ਹਨੇਰਾ ਹੋ ਜਾਂਦਾ ਹੈ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਹਉ ਭਾਲ ਬਕੂਨੀ ਹੋਈ। ਸਭ ਕਹਿੰਦੇ ਮੈਂ ਭਾਲ ਕਰਕੇ ਵਿਆਕੁਲ ਹੋ ਗਈ। ਅੰਧੇਰਾ ਰਾਹ ਨਾ ਕੋਈ, ਅੰਧੇਰੇ ਵਿੱਚ ਰਸਤਾ ਕੋਈ ਨਹੀਂ ਦਿਖ ਰਿਹਾ। ਵਿੱਚ ਹਉਮੈ ਘਰ ਦੁੱਖ ਰੋਈ। ਸੰਸਾਰ ਦੇ ਲੋਕ ਜਿਹੜੇ ਆ, ਹਉਮੈ ਦੇ ਕਾਰਨ ਦੁਖੀ ਹੋ ਰਹੇ ਆ। ਤੇ ਸਤਿਗੁਰੂ ਕਹਿੰਦੇ, ਮੈਂ ਜਦੋਂ ਦੇਖ ਰਿਹਾ, ਕਹੋ ਨਾਨਕ ਕਿਨ ਬਿਧ ਗਤ ਹੋਈ। ਇਹਨਾਂ ਦੀ ਮੁਕਤੀ, ਇਹਨਾਂ ਦਾ ਛੁਟਕਾਰਾ ਕਿਸ ਤਰ੍ਹਾਂ ਹੋਏਗਾ? ਕਹੋ ਨਾਨਕ ਕਿਨ ਬਿਧ ਗਤ ਹੋਈ। ਮਹਲਾ ਤੀਜਾ। ਦੇਖੋ, ਗੁਰਬਾਣੀ ਦੇ ਵਿੱਚ ਜਿੱਥੇ ਕੋਈ ਸਵਾਲ ਗੁਰੂ ਸਾਹਿਬ ਨੇ ਕੀਤਾ ਤੇ ਜਵਾਬ ਜ਼ਰੂਰ ਦਿੱਤਾ ਹੈ। ਹੁਣ ਸਤਿਗੁਰੂ ਕਹਿੰਦੇ ਨਾ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀਂ ਕਹਿ ਚੜਿਆ। ਵੀ ਕੀ ਹੋਏਗਾ? ਵੀ ਤੀਸਰੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਮਹਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਇੱਕੋ ਚੀਜ਼ ਹੈ ਜਿਹੜੀ ਸਾਨੂੰ ਇਸ ਹਨੇਰੇ ਵਿੱਚੋਂ ਕੱਢ ਸਕਦੀ ਹੈ, ਸਾਡੇ ਜੀਵਨ ਵਿੱਚ ਚਾਨਣ ਕਰ ਸਕਦੀ ਹੈ। ਉਹ ਹੈ ਪ੍ਰਭੂ ਦੀ ਕੀਰਤੀ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਜਿਹੜੀ ਪ੍ਰਮਾਤਮਾ ਦੀ ਕੀਰਤੀ ਹੈ। ਪਰ ਮਨੁੱਖ ਨੇ ਕੀਰਤੀ ਕਰਨ ਦੀ ਜਗ੍ਹਾ ਐਸੇ ਜ਼ੁਲਮ ਕੀਤੇ, ਇਹੋ ਜਿਹੇ ਕਰਮ ਕੀਤੇ, ਜਿਹਦੇ ਨਾਲ ਉਹਦੇ ਜੀਵਨ ਵਿੱਚ ਇੱਕ ਘੁੱਪ ਹਨੇਰਾ ਛਾ ਗਿਆ। ਛੁਟਕਾਰਾ ਮਿਲ ਸਕਦਾ ਹੈ। ਸਤਿਗੁਰੂ ਕਹਿੰਦੇ, ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਗੁਰਮੁਖ ਕੋਈ ਉਤਰੈ ਪਾਰ।
ਪਰ ਜਿਹੜਾ ਗੁਰੂ ਦੇ ਸਨਮੁਖ ਹੋਏਗਾ ਉਹਦਾ ਪਾਰ ਉਤਾਰਾ ਹੋ ਸਕਦਾ ਹੈ, ਉਹਦੇ ਜੀਵਨ ਦੇ ਵਿੱਚ ਚਾਨਣ ਹੋ ਸਕਦਾ ਹੈ। ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ। ਪਰ ਉਹਨੂੰ ਹੀ ਪ੍ਰਮਾਤਮਾ ਦੀ ਭਗਤੀ ਮਿਲਦੀ ਹੈ, ਉਹਨੂੰ ਹੀ ਗੁਰਬਾਣੀ ਦਾ ਚਾਨਣ ਮਿਲਦਾ ਹੈ। ਜਿਸ ਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਉਹੀ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦਾ ਰਤਨ ਪ੍ਰਾਪਤ ਕਰਦਾ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਸਾਡੇ ਜੀਵਨ ਵਿੱਚ ਚਾਨਣ ਹੈ। ਜਿੱਦਾਂ ਜਿੱਦਾਂ ਅਸੀਂ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ, ਬਾਣੀ ਦੇ ਨਾਲ ਸਾਂਝ ਪਾਉਂਦੇ ਹਾਂ, ਜਿੱਦਾਂ ਵੈਸੇ ਵੀ ਆਪਾਂ ਦੁਨਿਆਵੀ ਤੌਰ 'ਤੇ ਸਾਧ ਸੰਗਤ ਜੀ ਦੇਖਦੇ ਹਾਂ ਨਾ, ਕੋਈ ਸਾਨੂੰ ਗਿਆਨ ਦੀ ਗੱਲ ਦੱਸਦਾ ਹੈ, ਸਾਨੂੰ ਸਾਡੇ ਭਲੇ ਵਾਸਤੇ ਦੱਸਦਾ ਹੈ, ਫਿਰ ਆਪਾਂ ਆਮ ਕਰਕੇ ਸਾਡੇ ਮੂੰਹ ਦੇ ਵਿੱਚੋਂ ਸੁਭਾਵਿਕ ਨਿਕਲਦਾ ਹੈ ਕਿ ਫਲਾਣੇ ਬੰਦੇ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਅੱਖਾਂ ਤਾਂ ਖੁੱਲ੍ਹੀਆਂ ਹੁੰਦੀਆਂ, ਪਰ ਉਹਨੂੰ ਗਿਆਨ ਹੋ ਜਾਂਦਾ, ਚਾਨਣ ਹੋ ਜਾਂਦਾ। ਸਤਿਗੁਰੂ ਨੇ ਚਾਨਣ ਕੀਤਾ, ਬਖਸ਼ਿਸ਼ ਕੀਤੀ। ਕਹਿੰਦੇ ਭਾਈ ਜੇ ਇੱਕ ਪਾਸੇ ਕੁੱਪ ਹਨੇਰਾ ਹੈ ਨਾ, ਰਾਜੇ ਕਸਾਈ ਬਣ ਗਏ ਆ, ਇਨਸਾਫ ਕੋਈ ਨਹੀਂ ਹੈ, ਪਰ ਦੂਸਰੇ ਪਾਸੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ। ਨਾਨਕ ਗੁਰਮੁਖ ਰਤਨ ਸੋ ਲੇਵੈ। ਪੌੜੀ ਭਗਤਾਂ ਤੈਸਾ ਸਾਰੀਆਂ, ਜੋੜ ਕਦੇ ਨਾ ਆਇਆ। ਜਿਹੜੇ ਪ੍ਰਭੂ ਦੇ ਭਗਤ ਹਨ, ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਆ, ਤੇ ਉਹਨਾਂ ਦਾ ਤੇ ਸੰਸਾਰ ਦੇ ਲੋਕਾਂ ਦਾ ਕਦੇ ਵੀ ਸੰਬੰਧ ਨਹੀਂ ਬਣ ਸਕਦਾ, ਕਿਉਂਕਿ ਵਿਚਾਰਧਾਰਾ ਦੋਨਾਂ ਦੀ ਅਲੱਗ ਹੁੰਦੀ ਹੈ। ਜੇ ਆਪਾਂ ਸੰਸਾਰ ਦੇ ਵਿੱਚ ਜੋ ਗੁਰੂ ਸਾਹਿਬ ਮਹਾਰਾਜ ਪ੍ਰਗਟ ਕਰ ਰਹੇ ਆ ਇਸ ਸ਼ਲੋਕ ਦੇ ਵਿੱਚ, ਦੋ ਚੀਜ਼ਾਂ ਹੁੰਦੀਆਂ, ਇੱਕ ਸਤ ਤੇ ਇੱਕ ਸਤਾ, ਤੇ ਸਤ ਤੇ ਸਤਾ ਦਾ ਕਦੇ ਮੇਲ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਦੇ ਕੋਲ ਸਤ ਸੀ ਤੇ ਗੁਰੂ ਨਾਨਕ ਸਾਹਿਬ ਜੀ ਜੇਲ੍ਹ ਜਾਣਾ ਪਿਆ ਬਾਬਰ ਦੇ ਸਮੇਂ ਵਿੱਚ। ਇੱਕ ਸਮਾਂ ਐਸਾ ਆਇਆ, ਇਸ ਸੱਤ ਨੂੰ ਖਤਮ ਕਰਨ ਲਈ ਤਤੀ ਤਵੀ ਤੇ ਬਿਠਾਇਆ ਗਿਆ, ਉੱਪਰ ਗਰਮ ਰੇਤ ਪਾਈ ਗਈ, ਪਾਣੀ ਦੇ ਵਿੱਚ ਉਬਾਲਿਆ ਗਿਆ, ਪਰ ਸੱਤ ਨਹੀਂ ਖਤਮ ਹੋਇਆ, ਸੱਤਾ ਖਤਮ ਹੋ ਗਈ। ਸੱਤ ਨੇ ਇੰਨੀ ਤਾਕਤ ਦਿਖਾਈ ਤੇ ਸੱਤਾ ਵਾਲੇ ਸੋਚਦੇ ਸਨ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਏ, ਪਰ ਸੱਤ ਨੇ ਇੰਨਾ ਕੁਛ ਕਰ ਦਿੱਤਾ। ਗੁਰੂ ਅਰਜਨ ਸਾਹਿਬ ਤੋਂ ਬਾਅਦ ਹਰੇਕ ਸਿੱਖ ਦੇ ਹੱਥ ਵਿੱਚ ਦੋ ਸ੍ਰੀ ਸਾਹਿਬ ਫੜਾ ਦਿੱਤੀਆਂ, ਮੀਰੀ ਤੇ ਪੀਰੀ ਦੀ, ਜ਼ੁਲਮ ਦੇ ਖਿਲਾਫ ਲੜਨ ਵਾਸਤੇ। ਜੋ ਆਰੰਭਤਾ ਗੁਰੂ ਨਾਨਕ ਸਾਹਿਬ ਨੇ ਕੀਤੀ, ਜੋ ਸਤਿਗੁਰੂ ਮਹਾਰਾਜ ਨੇ ਇੰਨਾ ਇਨਕਲਾਬ ਪੈਦਾ ਕੀਤਾ, ਬਾਬਰ ਨੂੰ ਵੀ ਜਾਬਰ ਆਖਿਆ, ਇਹ ਸਾਰੇ ਬਾਣੀ ਦੇ ਵਿੱਚ ਸ਼ਬਦ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੇ। ਇਹ ਨਹੀਂ ਕਿ ਉਸ ਵੇਲੇ ਦਾ ਸ਼ਬਦ ਹੈ, ਅੱਜ ਵੀ ਉਹੀ ਵਰਤਾਰਾ ਹੋ ਰਿਹਾ, ਤੇ ਉਹਨਾਂ ਦੇ ਨਾਲ ਸੱਤ ਤੇ ਸੱਤਾ ਦਾ ਕਦੇ ਮੇਲ ਨਹੀਂ ਹੁੰਦਾ, ਤੇ ਨਹੀਂ ਹੋਇਆ। ਭਾਵੇਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਤੇ ਕਹਿਣ ਦਾ ਭਾਵ ਹੈ ਜੋ ਸਤਿਗੁਰੂ ਇੱਥੇ ਕਿਰਪਾ ਕਰ ਰਹੇ ਆ, ਭਗਤਾਂ ਤੈ ਸਾਰੀਆਂ ਜੋੜ ਕਦੇ ਨਾ ਆਇਆ। ਇਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਕੋਈ ਗਲਤੀ ਕਰ ਰਿਹਾ, ਲੋਕਾਂ ਨੂੰ ਅਲੱਗ-ਅਲੱਗ ਕਰ ਰਿਹਾ। ਇੱਕ ਸੁਭਾਅ ਹੀ ਐਸਾ ਹੋ ਜਾਂਦਾ, ਘਰ ਦੇ ਵਿੱਚ ਵੀ ਜੇ ਕੋਈ ਬਾਣੀ ਪੜ੍ਹਨ ਵਾਲਾ ਹੈ, ਦੂਸਰੇ ਦਾ ਸੁਭਾਅ ਅਲੱਗ ਹੈ, ਤੇ ਕਈ ਤਰ੍ਹਾਂ ਦੇ ਲੋਕ ਹੁੰਦੇ ਆ, ਕਈ ਤਰ੍ਹਾਂ ਦੀ ਉਹਨਾਂ ਦੀ ਵਿਚਾਰ ਹੁੰਦੀ ਹੈ, ਪਰ ਜਿੱਦਣ ਜਿੱਦਣ ਕੋਈ ਜੀਵਨ ਵਾਲਾ ਉਹਦਾ ਪ੍ਰਭਾਵ ਪੈਂਦਾ ਹੈ ਤੇ ਉਹ ਵੀ ਜੁੜ ਜਾਂਦਾ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਇਹ ਨਹੀਂ ਕਿ ਪ੍ਰਮਾਤਮਾ ਭੁੱਲ ਗਿਆ, ਕਿਉਂਕਿ ਕਰਤਾ ਆਪ ਅਭੁੱਲ ਹੈ,
ਨਾ ਭੁੱਲੇ ਕਿਸੇ ਦਾ ਭੁਲਾਇਆ। ਪਰਮਾਤਮਾ ਅਭੁੱਲ ਹੈ, ਜੋ ਕਦੇ ਵੀ ਨਹੀਂ ਭੁੱਲਦਾ। ਦੋ ਹਨ, ਇੱਕ ਪਰਮਾਤਮਾ ਤੇ ਇੱਕ ਗੁਰੂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਰੱਬ ਨਹੀਂ ਭੁੱਲਦਾ, ਗੁਰੂ ਨਹੀਂ ਭੁੱਲਦੇ। ਹਰੇਕ ਅਸੀਂ ਪੈਰ ਪੈਰ ਤੇ ਭੁੱਲਦੇ ਹਾਂ, ਵਾਅਦਾ ਕਰਕੇ ਭੁੱਲ ਜਾਂਦੇ ਹਾਂ, ਅਰਦਾਸਾਂ ਕਰਕੇ ਭੁੱਲ ਜਾਂਦੇ ਹਾਂ, ਪਰ ਉਹ ਪਰਮਾਤਮਾ ਕਦੇ ਨਹੀਂ ਭੁੱਲਦਾ। ਉਹ ਭੁੱਲਦਾ ਹੈ ਕਿੰਨਾ ਕੁਛ ਕੀਤਾ, ਰਾਤ ਕਰ ਦਿੱਤੀ ਫਿਰ ਦਿਨ ਕਰੇਗਾ। ਸਾਨੂੰ ਤਾਂ ਪਤਾ ਨਹੀਂ, ਕਈਆਂ ਨੂੰ ਕੋਈ 10 ਵਜੇ ਦਿਨ ਚੜ੍ਹਦਾ, ਕਈਆਂ ਦਾ 11 ਵਜੇ ਚੜ੍ਹਦਾ, ਕੋਈ ਰਾਤ ਨੂੰ 2 ਵਜੇ ਸੌਂ ਰਿਹਾ, 3 ਵਜੇ ਸੌਂ ਰਿਹਾ। ਭੁੱਲ ਗਏ ਨਾ, ਰੱਬ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨ, ਖਸਮ ਵਿਸਾਰ ਖੁਆਰੀ ਕੀ ਨੀ ਧ੍ਰਿਗ ਜੀਵਨ ਨਹੀਂ ਰਹਿਣਾ। ਪਰ ਪਰਮਾਤਮਾ ਜਿਹੜਾ ਹੈ ਉਹ ਕਦੇ ਭੁੱਲਦਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਕਰਤਾ ਆਪ ਭੁੱਲ ਹੈ, ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤ ਆਪ ਮੇਲੀਅਣ, ਇੱਥੇ ਭਗਤ ਬਹੁਵਚਨ ਹੈ। ਭਗਤਾਂ ਨੂੰ ਆਪ ਆਪਣੇ ਨਾਲ ਮੇਲਦਾ ਹੈ। ਭਗਤ ਆਪ ਮੇਲੀਅਣ ਜਿਨ ਸੱਚੋ ਸੱਚ ਕਮਾਇਆ। ਜਿਹੜੇ ਸੱਚ ਦੇ ਧਾਰਨੀ ਬਣ ਜਾਂਦੇ ਆ, ਪਰਮਾਤਮਾ ਦੇ ਨਾਮ ਨੂੰ ਕਮਾਉਂਦੇ ਆ। ਉਹ ਕਈ ਲੋਕ ਤਾਂ ਉਲਾਂਭੇ ਦਿੰਦੇ ਰਹਿੰਦੇ ਨਾ, ਰੱਬ ਭੁੱਲ ਗਿਆ, ਰੱਬ ਸਾਡੇ ਵੱਲ ਕਿਰਪਾ ਹੀ ਨਹੀਂ ਕਰਦਾ, ਰੱਬ ਦੇਖਦਾ ਹੀ ਨਹੀਂ ਹੈ। ਮਤਲਬ ਇਹ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ ਵੀ ਰੱਬ ਭੁੱਲ ਗਿਆ ਸਾਨੂੰ ਪੈਦਾ ਕਰਕੇ। ਗੁਰੂ ਸਾਹਿਬ ਕਹਿੰਦੇ ਉਹ ਪੈਦਾ ਕਰ ਰਿਹਾ, ਕਿਸੇ ਨੂੰ ਭੁੱਲਦਾ ਨਹੀਂ ਹੈ। ਪਰਮਾਤਮਾ ਜਿਹੜਾ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਅਸੀਂ ਭੁੱਲ ਜਾਂਦੇ, ਸਾਨੂੰ ਉਚੇਚ ਕਰਨਾ ਪੈਂਦਾ ਵੀ ਹੁਣ ਮੈਂ ਪਾਠ ਕਰਨਾ ਹੈ, ਮੇਰਾ ਆਹ ਸਮਾਂ ਪਾਠ ਦਾ ਹੈ, ਆਹ ਮੇਰਾ ਬਾਣੀ ਪੜ੍ਹਨ ਦਾ ਸਮਾਂ ਹੈ, ਪਰ ਉਹਨੂੰ ਕਦੇ ਨਹੀਂ ਭੁੱਲਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਅੱਠੇ ਪੈਰ ਉਹਨੂੰ ਯਾਦ ਰੱਖੋ। ਉਹ ਪਰਮਾਤਮਾ ਕਦੇ ਭੁੱਲਦਾ? ਸਾਨੂੰ ਰਿਜ਼ਕ ਦੇ ਰਿਹਾ, ਸਾਨੂੰ ਨੀਂਦ ਦੇ ਰਿਹਾ, ਸਾਨੂੰ ਜਾਗਣਾ ਦੇ ਰਿਹਾ, ਸਾਨੂੰ ਕੰਮ ਦੇ ਰਿਹਾ, ਸਾਨੂੰ ਖਾਣ ਵਾਸਤੇ ਦੇ ਰਿਹਾ। ਕਦੇ ਭੁੱਲਦਾ? ਕਿੱਡਾ ਵੱਡਾ ਹੈ। ਕਹਿੰਦੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵਡਮੇਦਨੀ। ਕਿੱਡੀ ਵੱਡੀ ਸ੍ਰਿਸ਼ਟੀ ਹੈ। ਸਿਰੇ ਸਿਰ ਧੰਦੇ ਲਾਏਂਦਾ। ਪਰਨਾਲੇ ਵੀ ਆਖਿਆ, ਕਹਿੰਦੇ ਨਦਰ ਉਪੱਠੀ ਜੇ ਕਰੇ, ਸੁਰਤਾਨਾ ਕਾਹਾ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਪ੍ਰਮਾਤਮਾ ਭੁੱਲ ਹੈ। ਅਸੀਂ ਤਾਂ ਇੰਨਾ ਭੁੱਲ ਜਾਂਦੇ ਹਾਂ, ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਹੀਂ, ਉਹ ਪ੍ਰਮਾਤਮਾ ਨਹੀਂ ਭੁੱਲਦਾ। ਕਰਤਾ ਆਪ ਅਭੁੱਲ ਹੈ, ਨਾ ਭੁੱਲੇ ਕਿਸੇ ਦਾ ਭੁਲਾਇਆ। ਭਗਤ ਆਪ ਮੇਲੀਅਣ ਜਿਨ ਸੱਚੋ ਸੱਚ ਕਮਾਇਆ। ਸਹਿਸਾਰੀ ਆਪ ਖਵਾਇਣ ਜਿਨੀ ਕੋੜ ਬੋਲ ਬੋਲ ਬਿਖ ਖਾਇਆ। ਤੇ ਜਿਹੜੇ ਸੰਸਾਰੀ ਬਣ ਜਾਂਦੇ ਹਨ, ਉਹਨਾਂ ਨੂੰ ਪ੍ਰਮਾਤਮਾ ਆਪ ਹੀ ਖੁਝਾ ਦਿੰਦਾ ਹੈ, ਉਸ ਕੰਮ ਵਿੱਚ ਲਾ ਦਿੰਦਾ ਹੈ। ਉਹ ਕੀ ਕਰਦੇ ਫਿਰ? ਜਿਨੀ ਕੂੜ ਬੋਲ ਬੋਲ, ਝੂਠ ਬੋਲ ਬੋਲ ਕੇ ਬਿਖ ਖਾਇਆ। ਉਹ ਜ਼ਹਿਰ ਖਾਂਦੇ ਰਹਿੰਦੇ। ਚੱਲਣ ਸਾਰ ਨ ਜਾਣਣੀ, ਕਾਮ ਕ੍ਰੋਧ ਬਿਸ ਵਧਾਇਆ। ਉਹ ਹੀ ਭੁੱਲ ਜਾਂਦੇ ਆ ਵੀ ਸੰਸਾਰ ਤੋਂ ਜਾਣਾ ਵੀ ਹੈ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਬਿਸ ਵਧਾਇਆ। ਇਹ ਵੀ ਤਾਂ ਜ਼ਹਿਰ ਹੈ ਨਾ, ਕਾਮ ਤੇ ਕ੍ਰੋਧ ਜਿਹੜਾ ਹੈ। ਇਹ ਦੋ ਇਦਾਂ ਦੇ ਵਿਕਾਰ ਹੈ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ। ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਤੇ ਜਿਸ ਵੇਲੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਮਨੁੱਖ, ਮੌਤ ਭੁੱਲ ਗਿਆ, ਤੇ ਕੀ ਕੀਤਾ? ਵਿਕਾਰਾਂ ਦੇ ਵਿੱਚ ਰਹਿ ਕੇ ਵਿਕਾਰਾਂ ਦੀ ਜ਼ਹਿਰ ਖਾ ਰਿਹਾ। ਉਹਨੂੰ ਆਪਣੇ ਅੰਦਰ ਇੰਨੇ ਹਾਵੀ ਕਰ ਲਿਆ। ਜਿੱਦਾਂ ਜਿੱਦਾਂ ਅਸੀਂ ਰੱਬ ਨਾਲ ਜੁੜਾਂਗੇ, ਸਾਡੇ ਅੰਦਰ ਉਹ ਚੀਜ਼ਾਂ ਭਾਰੂ ਹੋਣਗੀਆਂ। ਪਰਮਾਤਮਾ ਦੇ ਪ੍ਰਤੀ ਸਾਡਾ ਪਿਆਰ ਵਧੇਗਾ। ਜਿੱਦਾਂ ਜਿੱਦਾਂ ਅਸੀਂ ਵਿਕਾਰਾਂ ਵੱਲ ਵਧਾਂਗੇ, ਉਹਨਾਂ ਉਹਨਾਂ ਪਿਆਰ ਪਰਮਾਤਮਾ ਵੱਲ ਘਟੇਗਾ। ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਜਿਹੜੇ ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਬਿਸ ਵਧਾਇਆ। ਭਗਤ ਕਰਨ ਹਰ ਚਾਕਰੀ। ਜਿਹੜੇ ਪ੍ਰਮਾਤਮਾ ਦੇ ਭਗਤ ਹੈ, ਉਹ ਹਮੇਸ਼ਾ ਹੀ ਉਹਦੀ ਨੌਕਰੀ ਕਰਦੇ ਆ। ਇੱਦਾਂ ਉਹਦੀ ਭਗਤੀ ਕਰਦੇ ਆ ਕਿ ਜਿੱਦਾਂ ਕਿਸੇ ਮਾਲਕ ਦੀ ਕਰਦੇ ਆ, ਚਾਕਰੀ ਕਰਦੇ ਆ। ਭਗਤ ਕਰਨ ਹਰ ਚਾਕਰੀ, ਜਿਨੀ ਅਨ ਦਿਨ ਨਾਮ ਧਿਆਇਆ। ਉਹ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ। ਕਿੱਦਾਂ ਵਿਚਰਦੇ? ਸੰਸਾਰ ਦੇ ਵਿੱਚ
ਦਾਸਣ ਦਾਸ ਹੋਏ ਕੈ, ਜਿਨੇ ਵਿੱਚੋਂ ਆਪ ਗਵਾਇਆ। ਉਹ ਆਪਣੇ ਆਪ ਨੂੰ ਗਵਾ ਲੈਂਦੇ ਆ ਤੇ ਦਾਸਾਂ ਦੇ ਦਾਸ ਬਣ ਜਾਂਦੇ। ਜੋ ਸਤਿਗੁਰੂ ਤੂੰ ਕਹਿੰਦਾ ਉਹ ਠੀਕ ਹੈ, ਜੋ ਤੁਧ ਭਾਵੈ ਸਾਈ ਭਲੀ ਕਰ, ਇਦਾਂ ਦੀ ਅਵਸਥਾ ਬਣ ਜਾਂਦੀ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਦਾਸਣ ਦਾਸ ਹੋਏ ਕੈ, ਜਿਨੇ ਵਿੱਚੋਂ ਆਪ ਗਵਾਇਆ। ਉਹਨਾਂ ਖਸਮੇ ਕੇ ਦਰ ਮੁਖ ਉਜਲੇ, ਫਿਰ ਉਹਨਾਂ ਦਾ ਪਰਮਾਤਮਾ ਦੇ ਦਰ ਤੇ ਮੁਖ ਉਜਲ ਹੁੰਦਾ ਹੈ। ਸੱਚੇ ਸ਼ਬਦ ਸੁਹਾਇਆ, ਉਹ ਪਰਮਾਤਮਾ ਦੇ ਸੱਚੇ ਸ਼ਬਦ ਵਿੱਚ ਜੁੜ ਕੇ, ਸੁਹਾਇਆ ਮਤਲਬ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਆ, ਚੰਗਾ ਬਣਾ ਲੈਂਦੇ ਆ। ਆਪਾਂ ਇਹ ਘਾੜਤ ਘੜ ਰਹੇ ਹਾਂ ਨਾ, ਬਾਣੀ ਦੇ ਨਾਲ ਹੀ ਜੀਵਨ ਘੜਿਆ ਜਾਏਗਾ। ਗੁਰਬਾਣੀ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਕਿਰਪਾ ਕਰੋ ਸਾਨੂੰ ਸ਼ਬਦ ਵਿੱਚ ਜੋੜੋ, ਤੇ ਸ਼ਬਦ ਨੇ ਸਾਡਾ ਜੀਵਨ ਸੋਹਣਾ ਬਣਾਉਣਾ ਹੈ। ਜਦੋਂ ਜਦੋਂ ਅਸੀਂ ਗੁਰਬਾਣੀ ਨਾਲ ਜੁੜਾਂਗੇ, ਸਤਿਗੁਰੂ ਦੇ ਗੁਣਾਂ ਦੇ ਧਾਰਨੀ ਬਣਾਂਗੇ, ਸਾਡੇ ਜੀਵਨ ਦੇ ਵਿੱਚ ਆਪੇ ਹੀ ਸੋਹਣਾਪਨ ਆ ਜਾਏਗਾ। ਨਹੀਂ ਤਾਂ ਸੰਸਾਰ ਦੀ ਹਾਲਤ ਜਿਹੜੀ ਹੈ, ਗੁਰੂ ਸਾਹਿਬ ਮਹਾਰਾਜ ਕਹਿੰਦੇ, ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਪਰ ਜਦੋਂ ਤੁਸੀਂ ਕਹਿੰਦੇ ਪਰਮਾਤਮਾ ਦੀ ਭਗਤੀ ਨਾਲ ਜੁੜੋਗੇ, ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੇ ਪਾਰ। ਗੁਰੂ ਮਹਾਰਾਜ ਕਿਰਪਾ ਕਰਨ। ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ।